ਹੁਣ ਸਮਾਂ ਹੈ ਲੜੀਵਾਰ ਗੁਰਸ਼ਬਦ ਦੀ ਵਿਚਾਰ ਦਾ। ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੇ ਹੋਏ ਇੱਕ ਸ਼ਬਦ ਦਾ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ। ਆਓ ਮਨੋਵਿਰਤੀਆਂ ਨੂੰ ਇਕਾਗਰ ਕਰਕੇ ਭਾਈ ਸਾਹਿਬ ਉਹਨਾਂ ਪਾਸੋਂ ਗੁਰਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਆਸਰਾ ਹਜ਼ੂਰ ਸਰਬ ਕਲਾ ਭਰਪੂਰ, ਰਹਿਮਤਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਕਿਰਪਾ ਦੇ ਘਰ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਤਿਨਾਂ ਦੀ ਪਾਵਨ ਪਵਿੱਤਰ ਪਿਆਰੀ ਨਿੱਘੀ ਗਿਆਨ ਭਰਪੂਰ ਗੋਦ ਦੇ ਅੰਦਰ ਸੱਜ ਬੈਠੇ ਸੁਭਾਏ ਮਾਨ ਸਮੂਹ ਸਤ ਸੰਗੀ ਜਨੋ, ਆਪ ਗੁਰੂ ਰੂਪ ਸਾਰੀਆਂ ਗੁਰਸਿੱਖ ਸੰਗਤਾਂ ਵਡਭਾਗੀ ਹੋ, ਧੰਤਾ ਦੇ ਜੋਗ ਹੋ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਿਰ ਤੇ ਰਹਿਮਤ ਬਖਸ਼ਿਸ਼ ਦਾ ਹੱਥ ਰੱਖ ਕੇ ਨਿਵਾਜਣਾ ਕੀਤਾ ਕਿ ਇਸ ਪਾਵਨ ਪਵਿੱਤਰ ਇਤਿਹਾਸਿਕ ਗੁਰ ਅਸਥਾਨ ਦੇ ਉੱਪਰ ਆਪ ਸੰਗਤਾਂ ਸੱਜ ਕਰਕੇ ਗੁਰੂ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ। ਸਭ ਤੋਂ ਵਡਭਾਗੀ ਹੋ। ਸੋ ਆਓ ਹੁਣ ਕੁਝ ਕੁ ਸਮੇਂ ਦੇ ਲਈ ਹੁਕਮ ਹੋਇਆ ਆਪ ਸੰਗਤਾਂ ਦੇ ਸਨਮੁਖ ਜੋ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰ
ਆਰੰਭੀ ਹੋਈ ਹੈ, ਉਸ ਲੜੀ ਦੇ ਤਹਿਤ ਅੱਜ ਦੇ ਸ਼ਬਦ ਦੀ ਵਿਚਾਰ ਕਰੀਏ। ਇਸ ਦੇ ਲਈ ਆਓ ਸਾਰੀ ਸੰਗਤ ਦੋਵੇਂ ਹੱਥ ਜੋੜੋ, ਮਨ ਬਿਰਤੀਆਂ ਕਰੋ ਇਕਾਗਰ, ਝੁਕਾਓ ਸਹਿਬਾਨ ਨੂੰ ਸੀਸ ਤੇ ਪ੍ਰੇਮ ਭਾਵ ਦੇ ਨਾਲ ਸਾਰੀ ਸੰਗਤ ਗੁਰਫਤਿਹ ਦੀ ਸਾਂਝ ਕਰੋ। ਗੱਜ ਕੇ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 332 ਅੰਗ ਦੇ ਉੱਪਰ ਗੌੜੀ ਰਾਗ ਦੇ ਅੰਦਰ ਸੁਭਾਇਮਾਨ ਨੇ। ਬੜੇ ਧਿਆਨ ਦੇ ਨਾਲ ਹੈਡਿੰਗ ਪੜ੍ਹਿਓ। ਇਸ ਸ਼ਬਦ ਦੀ ਪਾਤਸ਼ਾਹ ਬਚਨ ਕੀਤਾ ਰਾਗ ਗੌੜੀ ਬੈਰਾਗਣ। ਕਬੀਰ ਜੀ ਰਾਗ ਗੌੜੀ ਬੈਰਾਗਣ ਇਕੱਠਾ ਪੜ੍ਹਨਾ, ਕਬੀਰ ਜੀ ਵੱਖਰਾ ਕਰਨਾ, ਤਾਂ ਕਿ ਜੋ ਸਮਝ ਆ ਸਕੇ ਕਿ ਰਾਗ ਗੌੜੀ ਹੈ ਤੇ ਗੌੜੀ ਰਾਗ ਦੀ ਅੱਗੋਂ ਨਾਲ ਕਿਸਮ ਹੈ ਬੈਰਾਗਣ। ਇਹ ਧਿਆਨ ਵਿੱਚ ਰੱਖਿਓ। ਗੌੜੀ ਰਾਗ ਦੀਆਂ ਕਈ ਕਿਸਮਾਂ ਨੇ, ਇਹ ਵੀ ਇੱਕ ਕਿਸਮ ਹੈ ਬੈਰਾਗਣ ਗੌੜੀ ਰਾਗ ਦੀ। ਕਬੀਰ ਜੀ ਤੋਂ ਭਾਵ ਹੈ ਕਿ 15 ਭਗਤਾਂ ਦੇ ਵਿੱਚੋਂ ਸਤਿਕਾਰਯੋਗ ਧੰਨ ਧੰਨ ਭਗਤ ਕਬੀਰ ਸਾਹਿਬਾਨ ਜੀ, ਤਿੰਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਫਿਰ ਪਾਤਸ਼ਾਹ ਜੀ ਨੇ ਕਿਰਪਾ ਵਰਤਾਈ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਦੇ ਉੱਪਰ ਮੂਲ ਮੰਤਰ ਅੰਕਿਤ ਕੀਤਾ। ਇਸ ਸ਼ਬਦ ਦੇ ਉੱਪਰ ਵੀ ਪੰਜਵੇਂ ਪਾਤਸ਼ਾਹ ਜੀ ਨੇ ਮੂਲ ਮੰਤਰ ਲਿਖਵਾਇਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਦਾ ਅਰਥ ਹੈ ਪਰਮੇਸ਼ਰ ਏਕੇ, ਓੰਕਾਰ ਦਾ ਅਰਥ ਹੈ ਜਿਹੜਾ ਏਕੇ ਉਹ ਇੱਕ ਰਸ ਸਰਬ ਵਿਆਪਕ ਹੈ, ਸਾਰਿਆਂ ਦੇ ਅੰਦਰ ਸਭ ਥਾਵਾਂ ਤੇ ਸੁਭਾਇਮਾਨ ਨੇ, ਬਿਨਾਂ ਕਿਸੇ ਭਿੰਨ ਭੇਦ ਤੋਂ। ਫਿਰ ਐਸਾ ਪਰਮੇਸ਼ਰ ਜਿਹੜਾ ਹੈ ਇੱਕ ਤੇ ਸਰਬ ਵਿਆਪਕ ਹੈ, ਇੱਕ ਰਸ ਸਰਬ ਵਿਆਪਕ ਹੈ, ਮਿਲੇਗਾ ਕਿਵੇਂ? ਪਾਤਸ਼ਾਹ ਕਹਿੰਦੇ ਸਤਿਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ, ਸਤਿਗੁਰ ਦਾ ਅਰਥ ਹੈ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮੇਸ਼ਰ ਦੀ ਪ੍ਰਾਪਤੀ ਹੈ। ਪਰ ਬਾਕੀ ਦਾ ਹੁਣ ਜਦੋਂ ਆਪਾਂ ਸ਼ਬਦ ਪੜਾਂਗੇ ਉਦੋਂ ਭਗਤ ਕਬੀਰ ਜੀ ਨੇ ਕਿਰਪਾ ਵਰਤਾਈ, ਜੋ ਸਮੇਂ ਦੇ ਅਨੁਸਾਰ ਸੰਸਾਰ ਦੇ ਲੋਕਾਂ ਦੇ ਅੰਦਰ ਜਿੱਥੇ ਧਰਮ ਦੀ ਗੱਲ ਚੱਲੀ, ਉੱਥੇ ਨਾਲ ਨਾਲ ਕੁਰੀਤੀਆਂ, ਵਹਿਮ ਭਰਮ, ਵਿਸ਼ੇ ਵਿਕਾਰਾਂ ਨੇ ਵੀ ਹਿਰਦੇ ਵਿੱਚ ਥਾਂ ਬਣਾ ਲਈ ਤੇ ਐਸੀ ਰਵਾਇਤ ਹੋ ਗਈ ਵੀ ਬੰਦਾ ਕਰ ਕੀ ਰਿਹਾ, ਖਿਆਲ ਕਰਿਓ ਤੁਸੀਂ, ਮਨੁੱਖ ਜਿਹੜਾ ਉਹ ਧਰਮ ਦੇ ਨਾਂ ਦੇ ਉੱਤੇ ਵੀ ਕਈ ਵਾਰੀ ਪਖੰਡ ਕਮਾਈ ਜਾਂਦਾ ਤੇ ਸੋਚਦਾ ਮੈਂ ਬੜਾ ਧਰਮ ਕਮਾ ਰਿਹਾ। ਤਦ ਹੀ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਚਨ ਸਾਡੇ ਨਾਲ ਸਾਂਝਾ ਕੀਤਾ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਸਿਰਫ ਸਿਮਰਨ ਜਿਹੜਾ ਅਸਲ ਵਿੱਚ ਉਹ ਜੀਵਨ ਦਾ ਸਭ ਤੋਂ ਵੱਡਾ ਗਹਿਣਾ ਹੈ। ਪਰ ਪੁਰਾਤਨ ਸਮੇਂ ਦੇ ਅੰਦਰ ਆਪਾਂ ਬਾਣੀ ਦੇ ਵਿੱਚੋਂ ਹੀ ਪੜ੍ਹ ਲਈਏ, ਪਾਤਸ਼ਾਹ ਜੀ ਨੇ ਬਾਣੀ ਵਿੱਚ ਸਮਝਾ ਦਿੱਤਾ ਕਿ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਸਿਮਰਤੀਆਂ ਨੇ, ਸ਼ਾਸਤਰਾਂ ਨੇ ਪਾਪ ਤੇ ਪੁੰਨ ਦੀ ਵਿਚਾਰ ਐਸੀ ਸੰਸਾਰ ਦੇ ਅੰਦਰ ਰੱਖੀ, ਜਿੱਥੇ ਚੰਗੇ ਕਰਮ ਆਏ ਧਰਮ ਵਿੱਚ, ਉੱਥੇ ਮੰਦੇ ਕਰਮ, ਨਖਿੱਧ ਕਰਮ, ਪਖੰਡਵਾਦੀ ਕਰਮਾਂ ਨੇ ਵੀ ਜਿਹੜੀ ਬੜੀ ਉੱਚ ਕੋਟੀ ਦੀ ਥਾਂ ਲੈ ਲਈ।
ਹੁਣ ਹੋਇਆ ਕਿ ਸੰਸਾਰ ਨੇ ਕੀਤਾ ਕਿ ਰਹਾਉ ਦੇ ਬੰਦ ਤੋਂ ਵਿਚਾਰ ਆਰੰਭ ਕਰੀਏ। ਰਹਾਉ ਦੇ ਬੰਦ ਵਿੱਚ ਭਗਤ ਕਬੀਰ ਜੀ ਬਚਨ ਕੀਤਾ, ਕਹਿਣ ਲੱਗੇ ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਵੀ ਕੈਸੇ ਹੋਈ। ਰਹਾਉ, ਰਹਾਉ ਦਾ ਅਰਥ ਹੈ ਰੁਕ ਜਾਓ, ਵਿਸ਼ਰਾਮ ਦਿਓ, ਠਹਿਰਾਓ ਕਰੋ ਤੇ ਇਹਨਾਂ ਪੰਕਤੀਆਂ ਨੂੰ ਸਭ ਤੋਂ ਪਹਿਲਾਂ ਵਾਚੋ, ਸਮਝੋ ਧਿਆਨ ਦੇ ਨਾਲ। ਮੈਂ ਪਹਿਲਾਂ ਦੱਸਿਆ ਕਿ ਪੁਰਾਤਨ ਸਮੇਂ ਤੋਂ ਸਿਮਰਤੀਆਂ ਸ਼ਾਸਤਰਾਂ ਤੋਂ ਇਹ ਵਿਚਾਰ ਤੁਰ ਪਈ, ਵੈਦਿਕ ਕਾਲ ਤੋਂ ਵਿਚਾਰ ਕੀ ਤੁਰੀ, ਵਿਚਾਰ ਇਹ ਤੁਰ ਪਈ ਵੀ ਜੇਕਰ ਅਸੀਂ ਘਰ ਦੀ ਖੁਸ਼ੀ ਚਾਹੁੰਦੇ ਆ, ਕੁਸ਼ਲ ਮੰਗਲ ਚਾਹੁੰਦੇ ਹੁੰਦਾ ਨਾ, ਆਪਾਂ ਇੱਕ ਦੂਜੇ ਨੂੰ ਹਾਲ ਚਾਲ ਪੁੱਛਦੇ, ਅਕਸਰ ਹੀ ਕੋਈ ਮਿਲ ਪਏ, ਕੋਈ ਮਿੱਤਰ ਪਿਆਰਾ ਮਿਲ ਪਏ, ਕੋਈ ਰਿਸ਼ਤੇਦਾਰ ਮਿਲ ਪਏ, ਬਿਨਾਂ ਸ਼ੱਕ ਕੋਈ ਨਹੀਂ ਵੀ ਜਾਣਦਾ, ਪਹਿਲੀ ਵਾਰੀ ਮਿਲਿਆ ਆਪਾਂ ਕਈ ਵਾਰ ਉਹਨੂੰ ਵੀ ਪਿਆਰ ਦੇ ਨਾਲ ਪੁੱਛ ਦਿੰਦੇ ਆ ਵੀ ਹੋਰ ਘਰ ਵਿੱਚ ਸੁੱਖ ਸਾਂਦ ਹੈ, ਤੇ ਅਗਲਾ ਵੀ ਅੱਗੋਂ ਖੁਸ਼ ਹਿਰਦੇ ਦੇ ਨਾਲ ਵੀ ਇਹਨੇ ਮੈਨੂੰ ਬਿਨਾਂ ਜਾਣੇ ਪਹਿਚਾਨੇ ਤੋਂ ਵੀ ਮੈਨੂੰ ਪੁੱਛਿਆ ਵੀ ਘਰ ਵਿੱਚ ਸੁੱਖ ਸ਼ਾਂਤ ਹੈ, ਤੇ ਅਗਲਾ ਬੜੀ ਖੁਸ਼ੀ ਖਿੜਾਓ ਦੇ ਨਾਲ, ਖੁਸ਼ੀ ਚਿਹਰੇ ਨਾਲ ਕਹਿੰਦਾ ਵੀ ਹਾਂਜੀ ਘਰ ਵਿੱਚ ਖੁਸ਼ੀ ਹੈ, ਸਾਰੇ ਆਨੰਦ ਮੰਗਲ ਹੈ, ਬੜਾ ਖੁਸ਼ੀ ਖਿੜਾਓ ਹੈ, ਸਾਰੇ ਜੀ ਠੀਕ ਠਾਕ ਨੇ। ਹੁਣ ਇਸੇ ਤਰ੍ਹਾਂ ਹਿੰਦੂ ਧਰਮ ਦੇ ਅੰਦਰ ਇਹ ਕਰਮ ਕੀਤਾ ਜਾਂਦਾ ਵੀ ਜਿੱਥੇ ਖੁਸ਼ੀਆਂ ਮਨਾਈਆਂ, ਗਮੀਆਂ ਮਨਾਈਆਂ, ਉੱਥੇ ਆਪਣੇ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ। ਪਿੱਤਰਾਂ ਨੂੰ ਯਾਦ ਕਰਕੇ ਉਹਨਾਂ ਦੀ ਥੜੀ ਬਣਾ ਕੇ ਜਾਂ ਤੇ ਬਾਹਰ ਖੇਤਾਂ ਵਿੱਚ ਜਾਂ ਕਿਸੇ ਨਾ ਕਿਸੇ ਥਾਂ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ, ਜਾਂ ਘਰ ਵਿੱਚ ਹੀ ਕੋਈ ਇੱਕ ਥੋੜੀ ਜਿਹੀ ਥਾਂ ਬਣਾ ਲਈ, ਪੋਚਾ ਮਾਰ ਲਿਆ, ਉੱਥੇ ਮਿੱਟੀ ਦੇ ਕੀ ਕੀਤਾ, ਦੇਵੀ ਦੇਵਤੇ ਬਣਾਏ, ਨਾਲ ਪਿੱਤਰ ਵੀ ਬਣਾਏ। ਹੁਣ ਉਹਨਾਂ ਨੂੰ ਪੂਜਿਆ ਕਿਉਂ ਜਾਂਦਾ? ਪੂਜਿਆ ਇਸ ਵਾਸਤੇ ਵੀ ਇਹ ਨਾ ਘਰ ਦੇ ਅੰਦਰ ਫਿਰ ਸੁੱਖ ਸ਼ਾਂਤੀ ਰਹਿੰਦੀ ਜੇ ਪਿੱਤਰਾਂ ਦਾ ਆਸ਼ੀਰਵਾਦ ਲੈ ਲਈਏ। ਦੇਵੀ ਦੇਵਤਿਆਂ ਦਾ, ਪਿੱਤਰਾਂ ਦਾ ਆਸ਼ੀਰਵਾਦ ਲੈਣ ਦੇ ਨਾਲ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ, ਬੜਾ ਖਿੜਾਓ ਰਹਿੰਦਾ, ਕੁਸ਼ਲ ਮੰਗਲ ਰਹਿੰਦਾ। ਪਰ ਖਿਆਲ ਕਰਕੇ ਵੇਖੋ, ਇੱਥੇ ਭਗਤ ਕਬੀਰ ਜੀ ਬੜੇ ਪਿਆਰ ਦੇ ਨਾਲ ਪੁੱਛਦੇ, ਕਹਿੰਦੇ ਮੋਕੋ ਮੈਨੂੰ ਕੁਸ਼ਲ ਬਤਾਵੋ ਕੋਈ, ਕਹਿੰਦੇ ਮੈਨੂੰ ਕੋਈ ਘਰ ਐਸਾ ਦੱਸੋ ਜਿੰਨੇ ਪਿੱਤਰ ਪੂਜੇ ਤੇ ਉਹਦੇ ਬਾਅਦ ਵਿੱਚੋਂ ਵੀ ਘਰ ਵਿੱਚ ਸੁੱਖ ਸ਼ਾਂਤੀ ਹੈ, ਕੋਈ ਹੈ ਐਸਾ? ਕਹਿੰਦੇ ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ। ਉਸ ਤੋਂ ਵੀ ਪਹਿਲੀ ਬਾਤ ਪਾ ਦਈਏ, ਮੰਨ ਲਓ ਹੁਣ ਹੁੰਦਾ ਕੀ ਹੈ, ਅਸਲ ਹੀ ਜਦੋਂ ਅਰਥ ਪੜੋਗੇ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਟੀਕੇ ਵਿੱਚ ਬੜੀ ਖੁੱਲ ਕੇ ਗੱਲ ਕੀਤੀ ਪਿੱਤਰ ਪੂਜਾ ਦੀ। ਜਦੋਂ ਆਪਾਂ ਪੜਾਂਗੇ ਨਾ, ਜੀਵਤ ਪਿੱਤਰ ਨਾ ਮਾਨੈ ਕੋਊ, ਪਹਿਲਾ ਪਦਾ, ਉੱਥੇ ਪਿੱਤਰ ਦੇ ਅਰਥ ਕਰਦਿਆਂ ਉਹਨਾਂ ਨੇ ਦੱਸਿਆ ਹੋਇਆ ਕਿ ਪਿੱਤਰਾਂ ਦੇ ਨਿਮਿਤ ਅਰਥ ਕਰਨੇ, ਪਿੱਤਰ ਦਾ ਅਰਥ ਆਪਣਾ ਪਿੰਡ ਭਰਨੇ, ਦਾਨ ਕਰਨਾ, ਪਿੱਤਰ ਦਾ ਅਰਥ ਵੱਡੇ ਵਡੇਰੇ, ਤੇ ਸ਼ਰਾਧ ਦਾ ਅਰਥ ਜਦੋਂ ਪੜਾਂਗੇ ਉਦੋਂ ਪਿੱਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖਵਾਇਆ ਹੋਇਆ ਭੋਜਨ। ਇਹ ਜ਼ਿਆਦਾਤਰ ਕੀ ਹੁੰਦਾ ਹਿੰਦੂ ਧਰਮ ਦੇ ਅੰਦਰ, ਹੁਣ ਤੇ ਸਾਡੇ ਵਾਲੇ ਵੀ ਖੈਰ ਕਰਦੇ ਨੇ, ਹਾਲਾਂਕਿ ਬਾਣੀ ਇਸ ਚੀਜ਼ ਤੋਂ ਮਨਾ ਕਰਦੀ ਹੈ, ਭਈ ਪਾਤਸ਼ਾਹ ਜੀ ਰੋਕ ਲਾ ਰਹੇ ਨੇ। ਹੁਣ ਜਿਹੜੇ ਬਜ਼ੁਰਗ ਜਾ ਚੁੱਕੇ ਨੇ, ਮਰ ਚੁੱਕੇ, ਸੰਸਾਰ ਤੋਂ ਚਲੇ ਗਏ, ਉਹਨਾਂ ਦੀ ਬਾਬਤ ਆ ਅਸੋਂ ਦਾ ਮਹੀਨਾ ਹੀ ਚੱਲ ਰਿਹਾ ਨਾ, ਖਿਆਲ ਕਰਿਓ। ਅੱਜ 15, ਕੱਲ 16, ਪਰਸੋਂ ਫਿਰ ਮਹੀਨਾ ਬਦਲੀ ਹੋਏਗਾ, ਕੱਲ ਦਾ ਦਿਨ ਅਖੀਰਲਾ ਅਸੋਂ ਦਾ ਦਿਨ। ਇਸ ਮਹੀਨੇ ਦੇ ਅੰਦਰ ਆਪਾਂ ਵੇਖਾਂਗੇ ਅਸੋਂ ਮਹੀਨੇ ਦੀ ਪੂਰਨਮਾਸੀ ਤੋਂ ਲੈ ਕੇ ਅਸੋਂ ਮਹੀਨੇ ਦੀ ਮੱਸਿਆ ਤੱਕ, ਇਹਦੇ ਵਿਚਾਲੇ ਦਿਨਾਂ ਨੂੰ ਜਿਹੜਾ ਉਹ ਸ਼ਰਾਧ ਸਮਝ ਕੇ ਵੀ ਇਹ ਸ਼ਰਾਧਾਂ ਦੇ ਦਿਨ ਨੇ, ਫਿਰ ਪਿੱਤਰਾਂ ਦੇ ਨਿਮਿਤ ਸ਼ਰਾਧ ਕੀਤੇ ਜਾਂਦੇ, ਦਾਨ ਕੀਤਾ ਜਾਂਦਾ ਬੜਾ ਕੁਝ। ਸਭ ਤੋਂ ਜ਼ਿਆਦਾ ਜਿਹੜਾ ਖਾਣਾ ਦਾਨ ਕੀਤਾ ਜਾਂਦਾ, ਫਿਰ ਕੱਪੜਾ, ਹੋਰ ਕਈ ਚੀਜ਼ਾਂ ਦਾਨ ਕਰਦੇ। ਖਾਸ ਕਰਕੇ ਇਹ ਪੂਰਨਮਾਸੀ ਦੇ ਬਾਅਦ ਵਾਲੇ ਦਿਨਾਂ ਵਿੱਚੋਂ ਜਿਹੜੇ ਜਿਨ੍ਹਾਂ ਦੇ ਪਿੱਤਰ ਚੜ੍ਹਾਈ ਕਰਦੇ ਨੇ, ਬਜ਼ੁਰਗ ਚੜ੍ਹਾਈ ਕਰਦੇ, ਫਿਰ ਉਹਨਾਂ ਦਿਨਾਂ ਦੇ ਉੱਤੇ ਸਮਝ ਕੇ ਉਹਨਾਂ ਦੇ ਦਿਨ ਮਨਾਏ ਜਾਂਦੇ ਵੀ ਮੇਰਾ ਬਜ਼ੁਰਗ ਇੰਨੀ ਤਰੀਕ ਨੂੰ ਚੜ੍ਹਾਈ ਕੀਤਾ ਪੂਰਨਮਾਸੀ ਦੇ ਬਾਅਦੋਂ, ਤੇ ਅੱਜ ਉਹਦਾ ਸ਼ਰਾਧ ਬਣਦਾ। ਉਹ ਸ਼ਰਾਧ ਸਮਝ ਕੇ ਵੀ ਅੱਜ ਕੱਲ ਤਰੀਕਾਂ ਦੇ ਹਿਸਾਬ ਦੇ ਨਾਲ ਫਿਰ ਪਿੱਤਰਾਂ ਦੇ ਨਿਮਿਤ ਦਾਨ ਕੀਤਾ, ਖਾਣਾ ਦਾਨ, ਕੱਪੜਾ ਦਾਨ, ਮੰਜਾ ਦਾਨ, ਹੋਰ ਚੀਜ਼ਾਂ ਵਸਤੂਆਂ ਦਾਨ ਕੀਤੀਆਂ ਵੀ ਉਹਨਾਂ ਕੋਲ ਪਹੁੰਚਦੀਆਂ ਨੇ।
ਤੇ ਉਹ ਅਸੀਸਾਂ ਦਿੰਦੇ, ਆਸ਼ੀਰਵਾਦ ਦਿੰਦੇ, ਘਰ ਵਿੱਚ ਸੁਖ ਸ਼ਾਂਤੀ ਵਰਤਦੀ। ਲੇਕਿਨ ਭਗਤ ਕਬੀਰ ਜੀ ਕਹਿੰਦੇ ਮੈਨੂੰ ਇਹ ਦੱਸੋ ਕਿਹੜੇ ਘਰ ਵਿੱਚ ਸੁਖ ਸ਼ਾਂਤੀ ਵਰਤੀ ਹੈ, ਕਿਹੜੇ ਘਰ ਵਿੱਚ ਆਨੰਦ ਹੈ। ਮੰਨ ਲਓ ਹੁਣ ਆ ਥੋੜੇ ਦਿਨ ਪਹਿਲਾਂ ਲੋਕਾਂ ਨੇ ਕਿਹਾ 2 ਤਰੀਕ ਨੂੰ ਅਖੀਰਲਾ ਸਰਾਧ ਲੋਕਾਂ ਵੱਡੇ ਪੱਧਰ ਦੇ ਉੱਤੇ ਮਨਾਇਆ। ਮੈਂ ਬੜਾ ਵੇਖਿਆ ਸੰਸਾਰ ਨੂੰ, ਸਾਰਿਆਂ ਤੁਸੀਂ ਵੇਖਿਆ ਹੋਣਾ, ਇਸ ਬਾਤ ਨੂੰ ਪੜ੍ਹਦੇ ਸੁਣਦੇ ਹੋ, ਸਮਝਦੇ ਹੋ ਸਾਰੇ ਜਾਣੇ। ਹੁਣ ਮੰਨ ਲਓ 2 ਤਰੀਕ ਨੂੰ ਤੇ ਵੱਡਾ ਸਰਾਧ ਕੀਤਾ ਵੀ ਅੱਜ ਅਖੀਰਲਾ ਸਰਾਧ ਮਨਾਓ ਸਾਰੇ ਜਾਣੇ, ਤੇ ਜਿਹਦਾ 3 ਤਰੀਕ ਨੂੰ ਭਰਾ ਨਾਲ ਝਗੜਾ ਹੋ ਜੇ ਤੇ ਉਸ ਘਰ ਵਿੱਚ ਕਿੱਥੇ ਕੁਸ਼ਲ ਮੰਗਲ ਹੈ। ਜਿਹਦੇ ਘਰ ਵਿੱਚ 3 ਤਰੀਕ ਨੂੰ ਅੱਗੇ ਫਿਰ ਮੌਤ ਦਾ ਸਾਇਆ ਹੋ ਜਾਵੇ ਉੱਥੇ ਕੀ ਕੀਤਾ ਜਾਏਗਾ, ਕਿਹੜੀ ਕੁਸ਼ਲ ਮੰਗਲ ਹੈ। ਹੁਣ 3 ਤਰੀਕ ਨੂੰ ਮੰਨ ਲਓ ਵੀ ਕਿਸੇ ਦੀ ਧੀ ਸਹੁਰੇ ਤੰਗ ਕਰਦੇ ਨੇ, ਉਹਨਾਂ ਨੇ ਕਤਲ ਕਰ ਦਿੱਤਾ, ਜਾਂ ਧੀ ਘਰ ਆ ਗਈ ਉਹਦਾ ਡਿਵੋਰਸ ਪੇਪਰ ਲਾਣੇ ਪੈ ਗਏ, ਫਿਰ ਕਿਹੜੀ ਘਰ ਵਿੱਚ ਕੁਸ਼ਲ ਮੰਗਲ ਹੈ। ਇਸ ਦੇ ਲਈ ਭਗਤ ਕਬੀਰ ਜੀ ਨੇ ਸਵਾਲ ਕੀਤਾ, ਕਹਿਣ ਲੱਗੇ ਮੋਕੋ ਕੁਸ਼ਲ ਬਤਾਵੋ ਕੋਈ, ਕਹਿੰਦੇ ਮੈਨੂੰ ਕੋਈ ਦੱਸੋ ਕੁਸ਼ਲ ਮੰਗਲ ਵਾਲਾ ਘਰ ਦੱਸੋ, ਕੋਈ ਜੀ ਬੜਾ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਖਿੜਾਓ ਦੇ ਨਾਲ ਜੀਵਨ ਬਤੀਤ ਕਰਦਾ ਹੋਵੇ। ਕਹਿੰਦੇ ਮੈਨੂੰ ਤਾਂ ਕੋਈ ਵੀ ਨਹੀਂ ਦਿਸਦਾ ਪਿਆ। ਜਿਨ੍ਹਾਂ ਨੇ ਪਿੱਤਰ ਪੂਜਾ ਕੀਤੀ ਉਹਨਾਂ ਦੀ ਗੱਲ ਕਰਦੇ ਨੇ। ਕਹਿਣ ਲੱਗੇ ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਸੁਖ ਸ਼ਾਂਤ ਪੁੱਛਦਿਆਂ ਦੱਸਦਿਆਂ ਪਿੱਤਰ ਪੂਜਾ ਕਰਕੇ ਉਹਨਾਂ ਦੇ ਕੋਲੋਂ ਆਸ਼ੀਰਵਾਦ ਲੈ ਕੇ ਵੀ ਹੁਣ ਘਰ ਵਿੱਚ ਸੁਖ ਸ਼ਾਂਤੀ ਰਹੇਗੀ। ਕਹਿੰਦੇ ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਸਾਰਾ ਸੰਸਾਰ ਏਦਾਂ ਹੀ ਸਗੋਂ ਦੁਖੀ ਹੋ ਕੇ ਜਾਂਦਾ, ਕਹਿੰਦਾ ਹੀ ਕੁਸ਼ਲ ਮੰਗਲ ਏ, ਬਸ ਆਨੰਦ ਹੈ ਜੀ, ਸੁੱਖ ਹੈ, ਚੜ੍ਹਦੀ ਕਲਾ। ਆਪਾਂ ਵੀ ਕਈ ਵਾਰੀ ਸ਼ਬਦ ਵਰਤਦੇ ਆ, ਅੰਦਰੋਂ ਹਿਰਦਾ ਦੁੱਗਣਾ ਦੁਖੀ ਹੋਇਆ ਹੁੰਦਾ। ਸਗੋਂ ਕਹਿੰਦੇ ਜਗ ਬਿਨਸੈ, ਸਾਰਾ ਜਗ ਜਿਹੜਾ ਉਹ ਬਿਨਸਦਾ ਪਿਆ, ਨਾਸ਼ ਹੁੰਦਾ। ਸਿਰਫ ਗੱਲ ਮੂੰਹ ਦੇ ਉੱਤੋਂ ਕਹਿ ਕੇ ਵੀ ਬੜਾ ਆਨੰਦ ਹੈ ਜੀ, ਬੜੀ ਖੁਸ਼ੀ ਹੈ, ਪਿੱਤਰਾਂ ਦਾ ਆਸ਼ੀਰਵਾਦ ਲੈ ਲਿਆ, ਬੜਾ ਆਨੰਦ ਹੈ। ਕਹਿੰਦੇ ਕੁਸ਼ਲ ਵੀ ਕੈਸੇ ਹੋਈ, ਕਹਿੰਦੇ ਮੈਨੂੰ ਇਹ ਦੱਸੋ ਵੀ ਆਨੰਦ ਬਣਿਆ ਕਿੱਥੇ ਵੀ, ਕਿਵੇਂ ਹੋਇਆ ਆਨੰਦ। ਆਨੰਦ ਨਹੀਂ ਵਰਤਿਆ ਘਰਾਂ ਵਿੱਚ, ਹਿਰਦੇ ਵਿੱਚ ਆਨੰਦ ਨਹੀਂ ਵਰਤਿਆ, ਕਿਉਂਕਿ ਆਨੰਦ ਆਉਣਾ ਪ੍ਰਭੂ ਦੇ ਸਿਮਰਨ ਦੇ ਵਿੱਚੋਂ। ਤਾਂ ਹੀ ਤੇ ਪਾਤਸ਼ਾਹ ਸਾਨੂੰ ਸਮਝਾਇਆ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਤੇਰੀ ਸਾਰੀ ਚਿੰਤਾ ਖਤਮ ਹੋ ਜਾਏਗੀ, ਪਰਮੇਸ਼ਰ ਦਾ ਸਿਮਰਨ ਕਰ। ਪਰ ਗੱਲੀ ਬਾਤੀ ਬੰਦਾ ਮਿੱਟੀ ਦੇ ਬਣਾ ਕੇ ਪਿੱਤਰ ਜਾਂ ਦੇਵੀ ਦੇਵਤੇ ਉਹਨਾਂ ਦੀ ਪੂਜਾ ਕਰਕੇ ਕਹਿੰਦਾ ਹੁਣ ਮੈਂ ਆਸ਼ੀਰਵਾਦ ਲੈ ਲਿਆ, ਨਹੀਂ ਘਰ ਵਿੱਚ ਸੁੱਖ ਆ ਜਾਣਾ। ਭਗਤ ਕਬੀਰ ਜੀ ਕਹਿੰਦੇ ਐਵੇਂ ਗੱਲਾਂ ਦੇ ਨਾਲ ਸੁੱਖ ਨਹੀਂ ਆਉਣ ਲੱਗਿਆ। ਸਿਮਰਨ ਕਰ, ਤੇਰੇ ਹਿਰਦੇ ਵਿੱਚ ਆਨੰਦ ਆਏ, ਫਿਰ ਆਪ ਜਪੈ ਅਵਰਾ ਨਾਮ ਜਪਾਵੇ, ਆਪ ਜਪ। ਹੁਣ ਜਦੋਂ ਬੰਦਾ ਆਪ ਜਪੇਗਾ, ਆਪਣੇ ਬੱਚਿਆਂ ਨੂੰ ਜਪਾਏਗਾ, ਪੁੱਤਰਾਂ ਨੂੰ, ਧੀਆਂ ਨੂੰ, ਪਤਨੀ ਨੂੰ। ਇਹ ਕਿੱਡਾ ਵੱਡਾ ਵੇਖੋ, ਗੁਰੂ ਘਰ ਦੇ ਅੰਦਰ ਸਾਨੂੰ ਮਹਾਨ ਉਪਦੇਸ਼ ਬਖਸ਼ਿਆ, ਆਪ ਜਪੈ ਅਵਰਾ ਨਾਮ ਜਪਾਵੇ। ਹੁਣ ਇਹਦਾ ਕੰਮ ਆਰੰਭ ਕਿੱਥੋਂ ਕਰਨਾ? ਆਪਣੇ ਘਰ ਤੋਂ ਹੀ। ਪਤੀ ਪਤਨੀ ਨੇ ਮੈਰਿਜ ਹੋਈ ਹੈ, ਕਿਧਰੇ ਬਹਿ ਕੇ ਸਵੇਰੇ ਨਿਤਨੇਮ ਕਰਨ, ਅੰਮ੍ਰਿਤ ਵੇਲਾ ਸੰਭਾਲਣ, ਫਿਰ ਅੱਗੇ ਬੱਚੇ ਜਨਮ ਲੈਂਦੇ ਨੇ ਘਰ ਵਿੱਚ। ਫਿਰ ਜਦੋਂ ਆਪ ਜਪਦੇ ਪਤੀ ਪਤਨੀ, ਫਿਰ ਬੱਚੇ ਆਪਣੇ ਆਪ ਹੀ ਅੰਮ੍ਰਿਤ ਵੇਲਾ ਸੰਭਾਲਣ ਲੱਗ ਜਾਣਗੇ, ਸਿਮਰਨ ਵਿੱਚ ਲੱਗ ਜਾਣਗੇ। ਚੇਤਾ ਰੱਖਿਓ, ਜਿਹੜਾ ਆਪਣੇ ਬੱਚਿਆਂ ਨੂੰ ਸਿਮਰਨ ਵਿੱਚ ਲਾ ਗਿਆ ਉਹ ਮਾਂ ਪਿਓ ਦਾ ਜਿਉਂਦੇ ਜੀ ਸਤਿਕਾਰ। ਨਹੀਂ ਤੇ ਫਿਰ ਕੀ ਹੁੰਦਾ? ਹੁਣ ਤੇ ਆਪਾਂ ਸੰਸਾਰ ਵਿੱਚ ਬੜਾ ਨੇੜਤਾ ਦੇ ਨਾਲ ਵੇਖ ਸਕਦੇ ਆ, ਪੁੱਤਰ ਪਿਓ ਦਾ ਕਤਲ ਕਰਦਾ ਪਿਆ, ਮਾਂ ਦਾ ਕਤਲ ਕਰਦਾ ਪਿਆ, ਤੇ ਕਈ ਜਾਣਦੇ ਆ ਘਰ ਵਿੱਚ ਸੁਖ ਸ਼ਾਂਤੀ। ਕਿਹੜੀ ਸੁਖ ਸ਼ਾਂਤੀ ਘਰ ਵਿੱਚ? ਤਾਂ ਹੀ ਤੇ ਭਗਤ ਕਬੀਰ ਜੀ ਨੇ ਹੁਣ ਪਹਿਲਾ ਪਦਾ ਪੜਿਓ, ਉਹਦੇ ਵਿੱਚ ਕੀ ਬਚਨ ਕੀਤਾ? ਕਹਿਣ ਲੱਗੇ ਜੀਵਤ ਪਿੱਤਰ ਨਾ ਮਾਨੈ ਕੋਊ ਮੂਏ। ਇੱਥੇ ਬਿੰਦੀ ਦੇ ਨਾਲ ਧਿਆਨ ਵਿੱਚ ਰੱਖਿਓ, ਮੂਏ ਸਰਾਧ ਕਰਾਹੀ। ਬੜੇ ਧਿਆਨ ਨਾਲ ਪੜਿਓ ਆ ਪਦੇ ਨੂੰ, ਕਿੱਡਾ ਵੱਡਾ। ਉਦੋਂ ਹੀ ਭਗਤ ਕਬੀਰ ਜੀ ਨੇ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਵੇਖੋ, ਜੋ ਅੱਜ ਵੀ ਲੋਕ ਕਰਮ ਕਰਦੇ ਨੇ, ਠੋਕਰਾਂ ਮਾਰ ਕੇ ਮਾਂ ਪਿਓ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੇ। ਘਰ ਵਿੱਚ ਰਹਿੰਦਿਆਂ ਮਾਂ ਪਿਓ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਨਹੀਂ ਕੀਤੀ ਜਾ ਰਹੀ, ਸਤਿਕਾਰ ਨਹੀਂ ਹੈ, ਘਰ ਵਿੱਚ ਪਿਆਰ ਨਹੀਂ। ਪਰ ਚੇਤਾ ਰੱਖਿਓ, ਮਾਂ ਪਿਓ ਦੀ ਵੀ ਗਲਤੀ ਹੈ, ਖਿਮਾ ਕਰਿਓ ਮੈਨੂੰ ਇਹਨਾਂ ਸ਼ਬਦਾਂ ਵਾਸਤੇ। ਆਪਣੇ ਬੱਚਿਆਂ ਨੂੰ ਅਸੀਂ ਬਾਣੀ ਦਾ ਪੱਲਾ ਨਹੀਂ ਫੜਾ ਰਹੇ।
मैं ते आपां सारे तुसीं खैर सियाणे बैठे हो, समझदार हो। आपां तो हुण वड्डे पੱਧਰ ਦੇ ਉੱਤੇ, क्योंकि नैट ਦਾ ਜ਼ਮਾਨਾ है, सारा संसार खास करके पंजाब दुहत्थड़ा मार के रोंदा पिया कि नशे का दौर है जी। कारण की है नशे का दौर? नशे का दौर खिमा करो इन्हां शब्दों वास्ते असी लैके आंदा। हुण पुछो कारण असी क्यों लियांदा? क्योंकि असी बच्चों नूं गुरबाणी दे गुटके नहीं फड़ा सके, असी बच्चों नूं नितनेमी नहीं बना सके, असी बच्चों नूं, कई बारी मैं बच्चों नूं पढ़ाना, हुण भी जिथे सेवा निभा रहा उत्थे मैं पढ़ा रहा, ते बड़ियां थावां दे उत्ते स्कूलां कॉलेजां विच जाके ये सेवा निभाण दा समा मिलिया। गुरु रहमत करन अगे तो सेवा बख्शदे रहन। मैं कई बारी मातावां नूं, भैणां नूं बेनती करदा, बच्चों नूं जरूर भेजो ताकि जो बच्चे पढ़ाए जाण। ते अक्सर मैं शब्द वरत्या करदा कथा करदियां भी, असीं अज बच्चों नूं डॉक्टर बना रहे हैं, इंजीनियर बना रहे हैं। असीं कहने मेरा बच्चा पढ़ के पुलिस की चंगी जॉब, फौज की चंगी जॉब, जां कोई प्राइवेट चंगे अहुदे उत्ते, सरकारी चंगे अहुदे उत्ते चंगा जां कारोबार कोई बिजनेस करन लग जे। ख्याल करो बच्चे नूं इंजीनियर बना रहे हो, डॉक्टर बना रहे हो, टीचर बना रहे हो, SHO DSP बना रहे हो, करनल जरनल बना रहे हो, किधरे बच्चे नूं वधिया बिजनेसमैन बना रहे हो। काश किधरे बच्चे नूं सब तो पहला गुरसिख बनाओ। जेड़ा बच्चा गुरसिख बन जाएगा ना, चेता रखो कमाई भावें घट होवे, मां प्यो नूं ठोकरां नहीं मारेगा, अलांभे नहीं देगा कदे भी। नहीं तो बहुतियां कमाइयां वाले भी, मैं ध्यान विच एक ना दो दोस्त आपस में 11 फैक्ट्रियां दे मालक सन दोवें जाने, ते अक्सर ही उन्हां गुरु घर आउणा। एक दिन आए उन्हां अरदास कराई, ते अक्सर हुंदा हुण ग्रंथी सिंह कोई कवे भाई साहब अरदास करनी, हुण ग्रंथी सिंह पुछेगा ना भी कादी अरदास करनी, ते मैं सहज सुभाव पूछा, मैं कहा जी अरदास किस बाबत है? अखां भर लियां उस वीर ने, रो के कहंदा अरदास करो रब मैनूं मौत दे देवे। मैं कहा कमाल दी बात, 11 फैक्ट्रियां दा मालक भी कह रहा मौत। पता उन्हें अगली गल की कही, कहंदे मैं बच्चों तो सब तो ज्यादा दुखी, शायद कोई मां प्यो एडा दुखी ना हो। 11 फैक्ट्रियां दा मालक कह रहा है मैं अपने बच्चों तो सब तो ज्यादा दुखी हाँ, फिर सुख किथे वे? ताई पातशाह बाणी विच कहा, सुख ना ही बहुते धन खाटे, सुख ना ही पेखै नृत नाटे, सुख ना ही बहु देश कमाए। सुख नहीं जे किधरे भी, सुख किथे वे? सिमरन विच। हुण भगत कबीर जी ताई एडी प्यारी चोट मारी, कहन लगे जीवत पितर, पितर दा अर्थ प्यो, दादा, पड़दादा, नगड़ दादा, पिछले सारी आ गए। जीवत पितर ना माने कोऊ, मूए श्राद्ध कराही, जिउंदे जिउण प्यो कोल बैठा, मां कोल बैठी। कदे घर वाली नूं आवाज मार के नहीं कहा पहला मेरे मां प्यो नूं प्रसादा दे, फिर मैनू दई। मेरी मां कोल भुखी बैठी, कहंदा कोई पुत्तर ऐदा कोई भी नहीं। हुण ते सगों हो गया भी फोन उत्ते अपना चली जांदा, कारोबार वधिया, ध्यान उधरले पासे आला दुआला ते आपां वेख ही नहीं रहे कोई भी। कहंदे जीवत पितर ना माने को, जिउंदे जी मां नूं, प्यो नूं, दादे नूं, दादी नूं, किसे नूं ये नहीं समझिया मेरे वड्डे वडेरे कोल बैठे ने, कोई नहीं उन्हां नूं पितर मनदा। ते कहंदे मूए जदों मर जांदे ने उदों श्राद्ध कराई, फिर पिछे उन्हां दे राशन पिया पहुंचदा कि ना जी ना उत्थे पहुंचाया जावे। हुण पहुंचदा कि नहीं पहुंचदा, बाणी दा फैसला पढ़न वाला साडे कोल। आसा की वार का एक श्लोक लै लीए, फिर आप अगे बढ़ते हैं। आसा की वार दे अंदर धन गुरु नानक साहब पातशाह हुणे गुरु घर दे सत्कारयोग रागी सिंघां किड्डे प्यार दे नाल आसा की वार दा कीर्तन कीता है। उहदे अंदर एक श्लोक पढ़िया जांदा है हमेशा हरेक जगह उत्ते। की पढ़दे आ? कहण लगे जे मुहाका घर मोह है, घर मोह पितरी दे अगे वस्त सिंझाणियां, पितरी चोर करे वड्डियां हाथ दलाल के, मुसफी ए करे नानक अगे सो मिले जे खट्टे काले दे। वेखो पातशाह जी ने कहा अगे सो मिले, अगे जांदा है पर की जांदा है? ध्यान दे नाल। हुण जदों बंदा मर जांदा है, 5 भूतक शरीर आपां हाथी संस्कार करके आउने, फिर भी सोच रहे हैं नहीं उत्थे भोजन
ਹੁਣ ਜਦੋਂ ਬੰਦਾ ਮਰ ਗਿਆ, ਸਰੀਰ ਅਸੀਂ ਸਾੜ ਦਿੱਤਾ, ਫਿਰ ਉਹਨੂੰ ਭੋਜਨ ਦੀ ਲੋੜ ਪਏਗੀ? ਪੇਟ ਤੇ ਰਿਹਾ ਹੀ ਨਹੀਂ ਉਹਦੇ ਕੋਲ। ਖਿਆਲ ਕਰੋ, ਫਿਰ ਉਹ ਚਬਾਏਗਾ ਕਿਵੇਂ? ਮੁਖ ਤੇ ਰਿਹਾ ਹੀ ਨਹੀਂ, ਦੰਦ ਤੇ ਰਹੇ ਨਹੀਂ ਉਹਦੇ ਕੋਲ। ਉਹ ਤੇ ਹਸਤੀ ਨਹੀਂ ਰਹੀ ਜਿਹੜੀ ਪਰਮੇਸ਼ਰ ਨੇ ਸੰਸਾਰ ਤੇ ਭੇਜੀ ਸੀ। ਉਹ ਤੇ ਬਦਲ ਗਿਆ ਇੱਕਦਮ ਕੰਮ। ਉਹ ਕਿੱਡੇ ਪਿਆਰ ਦੇ ਨਾਲ ਪਾਤਸ਼ਾਹ ਨਕਸ਼ਾ ਖਿੱਚਿਆ। ਕਹਿਣ ਲੱਗੇ ਖਿਆਲ ਕਰੋ, ਜੇ ਮੁਹਾਕਾ ਦਾ ਅਰਥ ਚੋਰ, ਠੱਗ। ਜੇ ਮੁਹਾਕਾ ਘਰ ਮੋਹ ਹੈ, ਕਹਿੰਦੇ ਜੇਕਰ ਕੋਈ ਚੋਰ ਕਿਸੇ ਘਰ ਵਿੱਚ ਸੰਨ ਲਾਵੇ, ਚੋਰੀ ਕਰੇ, ਚੋਰੀ ਕਰਕੇ ਕੀ ਕਰੇ? ਜੇ ਮੁਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ, ਪਿਤਰਾਂ ਦਾ ਸ਼ਰਾਧ ਕਰਾਵੇ। ਹੁਣ ਸ਼ਰਾਧ ਕਰਾਇਆ, ਘਰ ਦੇ ਅੰਦਰ ਬ੍ਰਾਹਮਣ ਜੀ ਸੱਦੇ, ਆਪਾਂ ਕਹਿ ਲਈ ਆਪਣੀ ਭਾਸ਼ਾ ਵਿੱਚ, ਕਿਉਂਕਿ ਸਾਡੇ ਵਾਲੇ ਵੀ ਨੇ ਨਾ ਟਲਦੇ ਪਏ, ਖਿਮਾ ਕਰਿਓ, ਆਪਾਂ ਕਹੀ ਜਾ ਰਹੇ ਹਾਂ, ਬਾਣੀ ਨੂੰ ਮੰਨਦੇ ਆ, ਪਰ ਬਾਣੀ ਦੇ ਇੱਕਦਮ ਅਸੀਂ ਵਿਪਰੀਤ ਚੱਲਦੇ। ਅਸੀਂ ਐ ਗੁਰੂ ਨਾਨਕ ਸਾਹਿਬ ਨੂੰ ਚੈਲੰਜ ਕੀਤਾ ਪਿਆ ਕਿ ਜੋ ਤੁਸੀਂ ਕਹਿੰਦੇ ਹੋ ਉਲਟਾ ਚੱਲ ਕੇ ਵਿਖਾਣਾ। ਅਸੀਂ ਪੁੱਤਰ ਵੀ ਤੇਰੇ ਆ, ਸਿੱਖ ਵੀ ਤੇਰੇ ਆ, ਅੰਮ੍ਰਿਤ ਛਕਿਆ, ਨਿਤਨੇਮ ਕਰਦੇ ਆ। ਹੁਣ ਜਿਹੜਾ ਨਿਤਨੇਮ ਕਰੇ ਉਹਨੂੰ ਵੀ ਨਾ ਸਮਝ ਆਵੇ, ਜਿਹੜਾ ਆਸਾ ਕੀ ਵਾਰ ਪੜੇ ਉਹਨੂੰ ਵੀ ਨਾ ਸਮਝ ਆਵੇ, ਫਿਰ ਕਿੱਥੇ ਜਾਏਗਾ ਸਾਡਾ ਕੰਮ? ਹੁਣ ਜਿਹੜੇ ਸਹਿਜ ਪਾਠ ਕਰਨ ਵਾਲੇ ਉਹ ਵੀ ਦੂਜੇ ਦਿਨ ਕਹਿਣ, ਅਗਲੇ ਦਿਨ, ਹੁਣ ਮੰਨ ਲਓ ਅੱਜ ਸਹਿਜ ਪਾਠ ਵਿੱਚ ਆਹ ਸ਼ਬਦ ਪੜਿਆ ਤੇ ਕੱਲ ਨੂੰ ਕਹੇ ਮੈਂ ਪਿਤਰਾਂ ਦੀ ਪੂਜਾ ਕਰਨੀ, ਮੈਂ ਘਰ ਵਿੱਚ ਬੁਲਾ ਕੇ ਤੇ ਪ੍ਰਸ਼ਾਦਾ ਭੋਜਨ ਛਕਾਣਾ, ਫਿਰ ਕੀ ਅਸੀਂ ਬਾਣੀ ਦੇ ਅਰਥ? ਮੰਨ ਲਓ ਅੱਜ ਹੀ ਸਵੇਰੇ ਹੁਣ ਮੈਂ ਇੱਥੇ ਸਹਿਜ ਪਾਠ ਕੀਤਾ ਤੇ ਘੰਟੇ ਬਾਅਦੋਂ ਮੈਂ ਕਹਾਂ ਭਾਈ ਸਾਹਿਬ ਘਰ ਆਇਓ, ਤੁਸੀਂ ਪ੍ਰਸ਼ਾਦਾ ਛਕ ਜਾਓ, ਅੱਜ ਮੈਂ ਸ਼ਰਾਧ ਕਰਨਾ, ਕਿ ਮੈਂ ਗੁਰੂ ਨੂੰ ਚੈਲੰਜ ਨਹੀਂ ਕਰਦਾ ਪਿਆ? ਬਾਣੀ ਦੇ ਵਿਪਰੀਤ ਨਹੀਂ ਚੱਲ ਰਿਹਾ ਮੈਂ ਇੱਕਦਮ ਵੀ ਨਾ ਕਈ ਤੂੰ ਜੋ ਮਰਜੀ ਜਾ, ਸਿੱਖ ਤੇਰੇ ਆ, ਪਰ ਤੇਰੀ ਗੱਲ ਨਹੀਂ ਮੰਨਣੀ ਕੋਈ ਵੀ। ਐਦਾਂ ਅਸੀਂ ਕਹਿ ਰਹੇ ਹਾਂ ਗੁਰੂ ਸਾਹਿਬ ਨੂੰ ਸਿੱਧਾ ਹੀ, ਡਾਇਰੈਕਟ, ਸਿੱਧਾ ਹੀ ਚੈਲੰਜ। ਹੁਣ ਪਾਤਸ਼ਾਹ ਵੇਖੋ ਕੀ ਕਹਿੰਦੇ, ਕਹਿਣ ਲੱਗੇ ਜੇ ਮੁਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ, ਜੇ ਚੋਰ ਚੋਰੀ ਕਰਕੇ ਪਿਤਰਾਂ ਦਾ ਸ਼ਰਾਧ ਕਰਾ ਦੇ। ਹੁਣ ਪਿਤਰਾਂ ਕੋਲ ਪਾਤਸ਼ਾਹ ਕਹਿੰਦੇ ਵੈਸੇ ਤੇ ਪਹੁੰਚਦਾ ਨਹੀਂ, ਪਰ ਬਾਣੀ ਦੇ ਅੰਦਰ ਪਾਤਸ਼ਾਹ ਕਹਿੰਦੇ ਵਕਤੀ ਤੌਰ ਦੇ ਉੱਤੇ ਥੋੜੇ ਸਮੇਂ ਲਈ ਏਦਾਂ ਮੰਨ ਲਓ, ਜਿਵੇਂ ਐਗਜ਼ਾਮਪਲ ਦਿੱਤੀ ਹੋਵੇ ਵੀ ਫਾਰ ਐਗਜ਼ਾਮਪਲ ਮੰਨ ਲਓ ਵੀ ਪਿਤਰਾਂ ਕੋਲ ਪਹੁੰਚ ਗਿਆ ਪਿਤਰਾਂ ਕੋਲ। ਹੁਣ ਪਾਤਸ਼ਾਹ ਕਹਿੰਦੇ ਜੇ ਮੁਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ, ਅੱਗੇ ਪਹੁੰਚ ਚੁੱਕੀ ਹੈ ਵਸਤੂ, ਅੱਗੇ ਵਸਤ ਸਿഞ്ഞਾਣੀ ਹੈ। ਹੁਣ ਜਿਹਦੇ ਘਰ ਵਿੱਚ ਚੋਰੀ ਕੀਤੀ ਉਹਦਾ ਵੀ ਪਿੱਤਰ ਪਿਓ ਦਾਦਾ ਉੱਥੇ ਬੈਠਾ ਹੈ, ਤੇ ਜਿੰਨੇ ਸ਼ਰਾਧ ਕਰਾ ਕੇ ਆਪਣੇ ਪਿੱਤਰਾਂ ਕੋਲ ਪਹੁੰਚਾਇਆ ਚੋਰ, ਉਹਦਾ ਵੀ ਪਿੱਤਰ ਉੱਥੇ ਬੈਠਾ। ਹੁਣ ਦੋਵੇਂ ਇਕੱਠੇ ਬੈਠੇ, ਹੁਣ ਉਹਦੇ ਪਿੱਤਰਾਂ ਕੋਲ ਪਹੁੰਚ ਗਿਆ, ਚੋਰ ਦੇ ਪਿੱਤਰਾਂ ਕੋਲ। ਉਹ ਹੁਣ ਥਾਲੀ ਵਿੱਚ ਰੱਖ ਕੇ ਕੋਈ ਚੀਜ਼ ਛਕਦਾ ਪਿਆ, ਉਹ ਕੋਈ ਕੱਪੜਾ ਪਹੁੰਚਿਆ ਉਹਦੇ ਕੋਲ, ਉਹ ਪਹਿਨਦਾ, ਤੇ ਉਹ ਜਿਹਦੇ ਘਰ ਵਿੱਚ ਚੋਰੀ ਹੋਈ ਉਹਨੇ ਪਛਾਣ ਲਿਆ ਪਿਆ ਤੇ ਮੇਰੇ ਘਰ ਦਾ ਕੱਪੜਾ, ਤੇਰੇ ਕੋਲ ਕਿਵੇਂ ਪਹੁੰਚ ਗਿਆ? ਪਾਤਸ਼ਾਹ ਕਹਿੰਦੇ ਅੱਗੇ ਵਸਤ ਸਿഞ്ഞਾਣੀਆਂ, ਸਿഞ്ഞਾਣੀਆਂ ਦਾ ਅਰਥ ਪਹਿਚਾਨੀ ਗਈ। ਹੁਣ ਹੋਇਆ ਕਿ ਫਿਰ ਕਹਿੰਦੇ ਪਿਤਰੀ ਚੋਰ ਕਰੇ, ਕਹਿੰਦੇ ਪਿਤਰਾਂ ਨੂੰ ਵੀ ਚੋਰ। ਹੁਣ ਚੋਰੀ ਕੀਤੀ ਕਿੰਨੇ ਤੇ ਦੋਸ਼ ਕਿਹਦੇ ਨਾਂ ਦੇ ਉੱਤੇ ਲੱਗ ਗਏ? ਦੇਖੋ ਕਿੱਡਾ ਵੱਡਾ ਪਾਤਸ਼ਾਹ ਜੀ ਨੇ ਇੱਕਦਮ ਸੀਨ ਖਿੱਚ ਕੇ ਸਾਡੇ ਸਾਹਮਣੇ ਸਾਨੂੰ ਗੱਲ ਸਮਝਾਈ। ਪਰ ਜੇ ਅਜੇ ਵੀ ਸਮਝ ਨਾ ਆਵੇ ਤੇ ਫਿਰ ਕਿੱਥੇ ਜਾਵਾਂਗੇ ਅਸੀਂ? ਸਿੱਖ ਕਿੱਦਣ ਬਣਾਂਗੇ ਅਸੀਂ? ਪਾਤਸ਼ਾਹ ਕਹਿੰਦੇ ਹੁਣ ਅੱਗੇ ਵਸਤ ਸਿഞ്ഞਾਣੀਆਂ, ਪਿਤਰੀ ਚੋਰ ਕਰੇ। ਅਗਲੀ ਗੱਲ ਪੜਿਓ, ਸਾਡੇ ਉੱਤੇ ਵੀ ਢੁੱਕ ਗਈ, ਕਹਿਣ ਲੱਗੇ ਵੱਡੀਏ ਹੱਥ ਦਲਾਲ ਕੇ। ਇਸਲਾਮ ਧਰਮ ਦੇ ਅੰਦਰ ਨਾ ਉਧਰ ਜਾਓ ਤੁਸੀਂ ਅਰਬ ਸਾਈਡ ਦੇ ਉੱਤੇ, ਕੋਈ ਚੋਰੀ ਕਰਦਾ ਮਿਲ ਜੇ ਉਹਦੇ ਹੱਥ ਵੱਢ ਦਿੰਦੇ ਨੇ, ਕਾਨੂੰਨ ਹੈ ਉਧਰ ਦਾ। ਪਾਤਸ਼ਾਹ ਕਹਿੰਦੇ ਹੁਣ ਕਾਨੂੰਨ ਹੋਏ ਕਿ ਜਿਹੜਾ ਕੋਈ ਚੋਰੀ ਕਰਦਾ ਫੜਿਆ ਗਿਆ, ਚੋਰ ਉਹਦੇ ਹੱਥ ਵੱਡੇ ਜਾਣੇ। ਜਿਹਦੇ ਕੋਲ ਚੋਰੀ ਦਾ ਸਮਾਨ ਉਹਨੇ ਵੇਚਿਆ ਉਹਦੇ ਵੀ ਹੱਥ ਵੱਡੇ ਜਾਣੇ, ਜਿਹਦੇ ਕੋਲ ਅਗਾਂਹ ਪਹੁੰਚ ਗਿਆ। ਹੁਣ ਚੋਰ ਚੋਰੀ ਕਰਦੇ, ਹੁਣ ਮੰਨ ਲਓ ਸਾਈਕਲ ਚੋਰੀ ਕਰਤੀ, ਅਗਾ ਕਬਾੜੀਏ ਨੂੰ ਵੇਚ ਦਿੱਤੀ, ਹੁਣ ਪੁਲਿਸ ਵਾਲੇ ਨੇ ਫੜ ਲਿਆ, ਦੱਸ ਕਿਹਨੂੰ ਵੇਚਿਆ? ਕਬਾੜੀਆ ਫੜਿਆ ਗਿਆ। ਹੁਣ ਕਬਾੜੀਏ ਨੇ ਅਗਾ ਦੂਜੇ ਕਿਸੇ ਨੂੰ ਦੇਤਾ, ਉਹ ਵੀ ਫੜਿਆ, ਕਿਉਂਕਿ ਅਗਲੇ ਨੇ ਤਾਂ ਸਮਾਨ ਬਰਾਮਦ ਕਰਨਾ ਨਾ। ਹੁਣ ਸਮਾਨ ਉੱਥੋਂ ਬਰਾਮਦ ਹੋ ਗਿਆ ਰੱਬ ਦੀ ਦਰਗਾਹ ਦੇ ਵਿੱਚੋਂ। ਉੱਥੇ ਉਹਨਾਂ ਦੇ ਪਿੱਤਰ ਨੇ ਕਿਹਾ ਵੀ ਆ ਤੇ ਕੱਪੜਾ ਮੇਰਾ ਪਾਈ ਫਿਰਦਾ, ਤੇ ਪਿੱਤਲ ਦਾ ਗਲਾਸ ਜਿਹੜਾ ਇਹਦੇ ਕੋਲੇ ਤੇ ਮੇਰਾ ਹੈ, ਇਹਦੇ ਵਿੱਚ ਤੇ ਮੈਂ ਪਾਣੀ ਪੀਂਦਾ ਸਾਂ, ਇਹਦੇ ਕੋਲ ਕਿਵੇਂ ਆ ਗਿਆ? ਪਰਮੇਸ਼ਰ ਪੁੱਛੋ ਇਹਨੂੰ। ਹੁਣ ਰੱਬ ਉੱਥੇ ਸੱਚੋ ਹੀ ਸੱਚ ਨਿਬੜਿਆ,
ਉਹ ਤੇ ਸੱਚਾ ਨਿਆਂ ਕਰਨ ਵਾਲਾ, ਝੂਠਾ ਨਿਆਂ ਕਰਦਾ ਨਹੀਂ। ਉਹਨੇ ਨਿਆਂ ਕੀਤਾ ਤੇ ਪਾਤਸ਼ਾਹ ਕਹਿੰਦੇ ਵੱਡੀਆਂ ਹੱਥ ਦਲਾਲ ਕੇ ਉਹਦੇ ਪਿੱਤਰ ਫੜੇ ਗਏ। ਹੁਣ ਪਛਾਣ ਵਾਲਾ ਦਲਾਲ ਆ ਜਿਹੜਾ ਬੈਠਾ ਹੋਇਆ ਇਹ ਵੀ ਫੜਿਆ ਗਿਆ ਵਿੱਚ, ਕਿਉਂਕਿ ਦਲਾਲੀ ਕੀਤੀ ਨਾ, ਪਹੁੰਚਾਇਆ ਉੱਥੇ ਚੋਰੀ ਦਾ ਧਨ, ਚੋਰੀ ਦਾ ਖਾਣਾ, ਸਾਰਾ ਕੁਝ ਉੱਥੇ ਪਹੁੰਚਾਤਾ। ਵੈਸੇ ਪਹੁੰਚਦਾ ਨਹੀਂ, ਪਰ ਪਾਤਸ਼ਾਹ ਕੋ ਉਦਾਹਰਨ ਦੇ ਕੇ, ਐਗਜ਼ਾਮਪਲ ਦੇ ਕੇ ਸਮਝਾਉਂਦੇ। ਕਹਿੰਦੇ ਜਿਹਦੇ ਕੋਲ ਬਰਾਮਦ ਹੋ ਗਿਆ ਉਹ ਵੀ ਚੋਰ, ਜਿੰਨੇ ਅਗਾ ਭੇਜਿਆ ਉਹ ਵੀ ਚੋਰ, ਜਿੰਨੇ ਚੋਰੀ ਕੀਤੀ ਉਹ ਤੇ ਚੋਰ ਹੈ ਹੀ ਹੈ ਵੀ। ਤਿੰਨੇ ਹੀ ਬੰਦੇ ਚੋਰ, ਵੱਡੀਆਂ ਹੱਥ ਦਲਾਲ ਕੇ। ਦਲਾਲ ਜਿਹੜਾ ਖਾਣਾ ਅੱਗੇ ਚੋਰੀ ਦਾ ਪਹੁੰਚਾ ਰਿਹਾ, ਉਹ ਦਲਾਲ ਦੇ ਵੀ ਹੱਥ ਵੱਡੇ ਗਏ, ਵੱਡੀਆਂ ਹੱਥ ਦਲਾਲ ਕੇ। ਮੁਸਬੀ ਇਹ ਕਰੇ, ਮੁਸਬੀ ਦਾ ਅਰਥ ਨਿਆਂ। ਕਹਿੰਦੇ ਪਰਮੇਸ਼ਰ ਐਦਾਂ ਨਿਆਂ ਕਰਦਾ, ਕਿਉਂਕਿ ਉੱਥੇ ਸੱਚ ਨਿਬੜਦਾ, ਉੱਥੇ ਝੂਠ ਥੋੜੀ ਨਿਬੇੜਾ ਹੋਣਾ। ਉੱਥੇ ਕੋਈ ਗਵਾਹ ਨਹੀਂ ਪਾ ਸਕਦੇ ਤੁਸੀਂ, ਸਭ ਕੁਝ ਸੱਚ। ਤਾਂ ਹੀ ਪਾਤਸ਼ਾਹ ਕਹਿੰਦੇ ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਘਾਲੇ ਦੇ ਹੇ ਨਾਨਕ ਅੱਗੇ ਉਹ ਮਿਲਦਾ ਜਿਹੜਾ ਖੱਟ ਕੇ ਘਾਲ ਕੇ ਕਮਾਈ ਕਰਕੇ ਹੱਥੀਂ ਦਵੇ। ਹੱਥੀਂ ਦਵੇ, ਦਾਨ ਪੁੰਨ ਚੰਗੇ ਕਰਮ ਨਾਲ ਤੁਰਦੇ, ਸਿਮਰਨ ਨਾਲ ਤੁਰਦਾ। ਤਾਂ ਹੀ ਪਾਤਸ਼ਾਹ ਬਾਣੀ ਵਿੱਚ ਕਿਹਾ, ਜੇ ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਉਹਾਂ ਨਾਮ ਤੇਰਾ ਸੰਗ ਸਹਾਈ। ਜਾਂ ਮਾਂ ਭਿਆਨ ਦੂਤ ਜਮ ਦਲੇ, ਤਾਂ ਕੇਵਲ ਨਾਮ ਸੰਗ ਤੇਰੇ ਚਲੇ। ਜਾਂ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਪਰ ਖਿਆਲ ਕਰਕੇ ਵੇਖੋ, ਹਰੀ ਨਾਮ ਤੇ ਜਪਿਆ ਨੇ, ਸਾਰੀ ਉਮਰ ਸ਼ਰਾਬ ਪੀਂਦਿਆਂ ਬਜ਼ੁਰਗ ਚੜਾਈ ਕਰ ਗਿਆ। ਹੁਣ ਬਾਅਦ ਵਿੱਚੋਂ ਪੁੱਤਰ ਜਾਂ ਪੋਤਰਾ ਕਵੇ ਵੀ ਮੈਂ ਸਰਾਧ ਕਰਾ ਕੇ ਤੇ ਬਾਪੂ ਕੋਲ ਚੰਗੀਆਂ ਚੀਜ਼ਾਂ ਪਹੁੰਚਾ ਦੇਣੀਆਂ। ਹੁਣ ਖਿਆਲ ਕਰੋ, ਮੈਂ ਇੱਕ ਹੋਰ ਗੱਲ ਲਗਾ ਵਧਾਨਾ, ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਹੋਰ ਅੱਗੇ ਤੋਰੀਏ। ਹੁਣ ਜਿਹਦੇ ਪਿੱਤਰਾਂ ਨੂੰ ਸ਼ਰਾਬ ਪੀਣ ਦੀ ਆਦਤ ਹੈ, ਉਹ ਮੰਗਣਗੇ ਹੀ ਸ਼ਰਾਬ, ਫਿਰ ਕੀ ਕਰੋਗੇ ਤੁਸੀਂ? ਸਵਾਲ ਹੈ ਨਾ। ਮੇਰੇ ਧਿਆਨ ਵਿੱਚ ਮੈਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਰੋਪੜ ਤੋਂ ਕਥਾ ਸਿੱਖੀ। ਉਹਦੇ ਬਾਅਦ ਵਿੱਚੋਂ ਡਿਊਟੀ ਕਰਨ ਲੱਗ ਗਏ, ਤੇ ਡਿਊਟੀ ਦੇ ਉੱਤੇ ਉੱਥੇ ਅਸੀਂ ਏਦਾਂ ਬੈਠੇ ਨਾ ਪੰਗਤ ਵਿੱਚ ਲੰਗਰ ਛਕੀਏ, ਤੇ ਸਵਰਨ ਸਿੰਘ ਉਹਦਾ ਨਾਂ ਸੀ, ਲਾਂਗਰੀ ਸਿੰਘ, ਉਹ ਲੰਗਰ ਵਰਤਾਉਣ ਲੱਗਿਆ। ਅਜੇ ਉਹਨੇ ਆਰੰਭ ਹੀ ਕੀਤਾ, ਥਾਲੀ ਵਰਤਾਏ। ਇਹਨੇ ਨੂੰ ਇੱਕ ਭੈਣ ਨੌਜਵਾਨ ਬੀਬੀ ਨਾਲ ਉਹਦੀ ਮਾਤਾ, ਦੋਵੇਂ ਜਾਣੇ ਅੰਦਰ ਆਏ। ਉਹਨੇ ਵੇਖਿਆ ਵੀ ਲੰਗਰ ਵਰਤਦਾ ਪਿਆ, ਫਟਾਫਟ ਦੂਰੋਂ ਹੀ ਆਵਾਜ਼ਾਂ ਮਾਰਨੀਆਂ, ਬਾਬਾ ਜੀ ਰੁਕੋ ਰੁਕੋ ਮਾੜਾ ਜਿਹਾ। ਉਹ ਚੰਗਾ ਬੱਚੇ ਦੀ ਲੱਤ ਜਿੱਡਾ ਟਿਫਨ ਵੱਡਾ ਸਾਰਾ ਹੱਥ ਵਿੱਚ ਫੜਿਆ, ਤੇ ਮੈਂ ਵੀ ਵੇਖਿਆ, ਸਾਰੇ ਚਲੋ ਅਸੀਂ ਵੇਖਿਆ। ਆ ਕੇ ਫਟਾਫਟ ਲਾਂਗਰੀ ਸਿੰਘ ਨੂੰ ਕਹਿੰਦੇ ਆ ਵਰਤਾਓ। ਚਲੋ ਨੇ ਵਰਤਾਤਾ, ਉਹ ਵਰਤਾਇਆ, ਸਾਕਰੇ ਸਾਂ ਨਾਲ ਖੀਰ। ਉਹ ਖੀਰ ਜਦੋਂ ਮੈਂ ਚਮਚਾ ਮੂੰਹ ਵਿੱਚ ਪਾਇਆ, ਉਹ ਫਿੱਕੀ। ਹੁਣ ਮੈਂ ਮਿੱਠੀ ਖਾਣਾ, ਉਹ ਮੈਂ ਉਹਨੂੰ ਲਾਂਗਰੀ ਨੂੰ ਆਵਾਜ਼ ਮਾਰੀ, ਮੈਂ ਕਿਹਾ ਥੋੜਾ ਮਿੱਠਾ ਲੈ ਕੇ ਆਈ। ਉਹ ਮਿੱਠਾ ਲਿਆਇਆ, ਜੇ ਪਾ ਹੀ ਰਿਹਾ ਸੀ, ਉਹ ਕਹਿੰਦੀ ਰੁਕ ਜਾਓ ਬਾਬਾ ਜੀ, ਮੇਰੇ ਬਜ਼ੁਰਗ ਨੂੰ ਸ਼ੂਗਰ ਹੈ। ਤੇ ਮੈਂ ਕਿਹਾ ਟੀਕਾ ਵੀ ਲੈ ਕੇ ਆਣਾ ਨਾਲ। ਪਹਿਲਾਂ ਉਹ ਲੈ ਕੇ ਆਣਾ ਸੀ, ਲਾਣਾ ਸੀ ਮੇਰੇ, ਆ ਸਾਰਿਆਂ ਦੇ ਲਾ ਇੱਕ ਇੱਕ ਟੀਕਾ। ਫਿਰ ਜੇ ਪਹੁੰਚਦਾ ਤੇ ਫਿਰ ਕੀ ਬਣੇਗਾ ਸਾਡਾ? ਸੋਚੋ ਨਾ, ਜੇ ਪਹੁੰਚਦਾ ਫਿਰ ਸਾਡਾ ਕੀ ਬਣੇ? ਹੁਣ ਜਿਹਦੇ ਬਜ਼ੁਰਗਾਂ ਨੂੰ ਸ਼ੂਗਰ ਹੈ, ਕਿਸੇ ਨੂੰ ਬੀਪੀ ਹੈ, ਤੇ ਸਾਰਿਆਂ ਨੂੰ, ਜਿਹਨੂੰ ਗੋਡਿਆਂ ਦੀ ਪ੍ਰੋਬਲਮ ਹੈ, ਪੰਡ ਦਵਾਈਆਂ ਖਾਣ ਵਾਲਿਆਂ ਕੋਲ ਅਸੀਂ ਕੀ ਪਹੁੰਚਾ ਦੇਾਂਗੇ? ਫਿਰ ਤਰਕ ਇੱਕ ਸੋਚਣ ਵਾਲਾ ਪੱਖ ਗੁਰਬਾਣੀ ਦਾ ਪੱਖ ਹੈ, ਮੇਰਾ ਨਹੀਂ ਹੈ। ਕਿੱਥੇ ਖਲੋ ਕੇ ਅਸੀਂ ਪੂਜਾ ਕਰਦੇ ਆਂ ਪਏ? ਕਿਹੜੇ ਪਾਸੇ ਤੁਰਿਆ? ਉਜਾੜਾ ਬੰਨਿਆ ਹੋਇਆ ਸੀ ਪਖੰਡਵਾਦ ਨਿਰਾ ਬਸ। ਤਾਦੀ ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਜੀਵਤ ਪਿੱਤਰ ਨਾ ਮਾਨੇ ਕੋਊ, ਮੂਹੇ ਸਰਾਧ ਕਰਾਹੀ ਪਿੱਤਰ ਭੀ ਬਪੁਰੇ। ਵਿਚਾਰੇ, ਬਪੁਰੇ ਦਾ ਅਰਥ ਵਿਚਾਰੇ, ਪਿੱਤਰ ਭੀ ਬਪੁਰੇ। ਕਹੋ ਕਿਉਂ ਖਾਵੇ, ਕਹੋ ਕਿਉਂ ਪਾਵੇ, ਕਊਆ ਕੁੱਕਰ ਖਾਹੀ। ਕਹਿਣ ਲੱਗੇ ਤੇ ਕਾਂ ਕੁੱਤੇ ਹੀ ਖਾ ਜਾਂਦੇ, ਪਿੱਤਰਾਂ ਕੋਲ ਕਿੱਥੇ ਪਹੁੰਚਦਾ ਜੇ ਪਿਆ? ਕਿੱਥੇ ਪਹੁੰਚਦਾ? ਪਹਿਲੀ ਗੱਲ ਤੇ ਅੱਧੇ ਤੇ ਸਾਡੇ ਵਿੱਚ ਐ ਸੋਚਦੇ ਕਾਵਾਂ ਕੁੱਤ। ਹੁਣ ਸੋਚੋ, ਕਾਵਾਂ ਕੁੱਤਿਆਂ ਨੂੰ ਪਾਤਾ ਤੇ ਫਿਰ ਉਹ ਸਾਡੇ ਕੀ ਪਿੱਤਰ ਨੇ? ਸੋਚਣ ਵਾਲਾ ਪਾਉਂਦੇ ਨਾ ਸਾਡੇ ਕੋਲ। ਫਿਰ ਹੁਣ 2 ਨੰਬਰ ਪਦਾ ਵੇਖਿਓ ਬਾਣੀ ਦਾ, ਭਗਤ ਜੀ ਨੇ ਬਚਨ ਕੀਤੇ, ਕਹਿਣ ਲੱਗੇ ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੇ ਜਿਉ ਦੇਹੀ। ਐਸੇ ਪਿੱਤਰ ਤੁਮਾਰੇ ਕਹੀਏ, ਆਪਨ ਕਹਿਆ ਨਾ ਲੇਹੀ। ਕਹਿਣ ਲੱਗੇ ਮਾਟੀ ਕੇ ਕਰ ਦੇਵੀ ਦੇਵਾ, ਮਿੱਟੀ ਦੇ ਦੇਵੀਆਂ ਦੇਵਤੇ ਬਣਾਏ, ਨਾਲ ਉਹਨਾਂ ਦੇ ਪਿੱਤਰ ਬਣਾਏ। ਤਿਸ ਆਗੇ ਜਿਉ ਦੇਹੀ। ਕਹਿਣ ਲੱਗੇ ਉਸ ਦੇ ਅੱਗੇ ਕੀ ਕੀਤਾ? ਉਸ ਦੇ ਅੱਗੇ ਅੰਨ ਭੋਜਨ,
ਹੋਰ ਜੀਵ ਹੱਤਿਆ ਕਰਕੇ ਉਹ ਵੀ ਉਹਦੇ ਅੱਗੇ ਰੱਖ ਦਿੱਤੀ। ਕਹਿਣ ਲੱਗੇ ਐਸੇ ਪਿੱਤਰ ਤੁਮਾਰੇ ਕਹੀਏ, ਕਹਿਣ ਲੱਗੇ ਤੁਹਾਡੇ ਪਿੱਤਰ ਇਹੋ ਜਿਹੇ ਨੇ ਜਿਹੜੇ ਆਪਣ ਕਹਿਆ ਨਾ ਲੇਹੀ, ਜਿਹੜੇ ਆਪ ਕਹਿ ਕੇ ਕੋਈ ਚੀਜ਼ ਮੰਗਦੇ ਨਹੀਂ ਕੋਈ ਵੀ। ਹੁਣ ਮੰਗਦਾ ਕਿਸੇ ਦਾ ਪਿੱਤਰ? ਮੈਂ ਪਹਿਲਾਂ ਤੁਹਾਨੂੰ ਦੱਸ ਦਿੱਤਾ, ਜਿਹਦਾ ਪਿੱਤਰ ਸ਼ਰਾਬ ਦਾ ਆਦੀ ਏ ਉਹ ਕੀ ਮੰਗੇਗਾ? ਜਿਹਦਾ ਪਿੱਤਰ ਨਸ਼ੇ ਦਾ ਆਦੀ ਏ, ਵਿਕਾਰਾਂ ਦਾ ਆਦੀ ਏ, ਕੋਈ ਦਵਾਈ ਲੈਣ ਦਾ ਆਦੀ ਏ, ਉਹ ਕੀ ਮੰਗੇਗਾ? ਹੁਣ ਮੰਨ ਲਓ ਚਾਹੀਦੇ ਤੇ ਪਿੱਤਰਾਂ ਨੂੰ ਉੱਥੇ ਭੋਜਨ ਚਾਹੀਦਾ, ਕੱਪੜਾ ਚਾਹੀਦਾ, ਤੇ ਜੇਕਰ ਪਿੱਤਰ ਕਿਸੇ ਦਾ ਕਹਿੰਦਾ ਹੋਵੇ ਵੀ ਮੈਂ ਤੇ ਕੁੜਮਾਂ ਵਾਲੀ ਛਾਪ ਪਾਣੀ ਹੈ, ਫਿਰ ਕੀ ਕਰੋਗੇ? ਉਹਨਾਂ ਸਾਨੂੰ ਲਾਇਆ ਸੁਨੇਹਾ? ਕੋਈ ਸੁਨੇਹਾ ਨਹੀਂ ਹੈ ਸਾਡੇ ਕੋਲ। ਬਿਨਾਂ ਗੱਲ ਤੋਂ ਫੋਕਟ ਕਰਮ। ਕਹਿੰਦੇ ਆਪਣ ਕਹਿਆ ਨਾ ਲੈ, ਕਹਿਣ ਲੱਗੇ ਇਹੋ ਜਿਹੇ ਤੁਹਾਡੇ ਪਿੱਤਰ ਨੇ, ਜਿਹੋ ਜੇ ਤੁਸੀਂ ਆਪ ਵਹਿਮੀ ਭਰਮੀ ਉਹੋ ਜਿਹੇ ਹੋ। ਉਹਨਾਂ ਨੇ ਕਦੇ ਤੁਹਾਨੂੰ ਕਹਿ ਕੇ ਦਾਨ ਨਹੀਂ ਤੁਹਾਡੇ ਕੋਲੋਂ ਲਿਆ, ਤੇ ਫਿਰ ਆਸ਼ੀਰਵਾਦ ਕਾਦਾ ਦਿੰਦੇ ਨੇ? ਹੁਣ ਅਗਲੀ ਗੱਲ 3 ਨੰਬਰ ਬੰਦ। ਕਹਿਣ ਲੱਗੇ ਸਰ ਜੀਓ ਕਾਟੈ ਨਿਰਜੀਓ ਪੂਜੈ, ਅੰਤ ਕਾਲ ਦੁਖ ਭਾਰੀ, ਰਾਮ ਨਾਮ ਕੀ ਗਤ ਨਹੀਂ ਜਾਣੀ, ਭੈ ਡੂਬੇ ਸੰਸਾਰੀ। ਕਹਿਣ ਲੱਗੇ ਸੰਸਾਰ ਦਾ ਭੈ ਬੰਦੇ ਨੂੰ ਲੈ ਡੁੱਬਿਆ। ਲੈ ਡੁੱਬਿਆ ਕੀਤਾ ਕਿ ਸਰ ਜੀਓ ਕਾਟੈ ਨਿਰਜੀਓ ਪੂਜੈ, ਜਿਹੜੇ ਸੁਰਜੀਤ ਸਨ, ਜਿਉਂਦੇ ਸਨ, ਉਹਨਾਂ ਨੂੰ ਮਾਰ ਮਾਰ ਕੇ ਹੱਤਿਆ ਕਰ ਕਰਕੇ ਪਿੱਤਰਾਂ ਕੋਲ ਪਹੁੰਚਾਉਂਦਾ ਰਿਹਾ। ਦੇਵੀ ਦੇਵਤੇ ਖੁਸ਼ ਕੀਤੇ ਤੇ ਮਨਾਇਆ ਕਿੰਨਾਂ ਨੂੰ? ਜਿਹੜਾ ਮਿੱਟੀ ਦਾ ਬਣਾਇਆ, ਮਿੱਟੀ ਦਾ ਪਿੱਤਰ ਦੇਵੀ ਦੇਵਤਾ, ਉਹਨਾਂ ਨੂੰ ਖੁਸ਼ ਕੀਤਾ ਜਾ ਰਿਹਾ। ਨਿਰਜੀਓ ਉਹ ਨਿਰਜਿੰਦ ਨੇ। ਤੇ ਜਿਹੜਾ ਜਿਉਂਦਾ ਬੱਕਰਾ ਬਲੀ ਦੇਤੀ, ਹੋਰ ਕੋਈ ਦੂਜਾ ਤੀਜਾ ਕਰ ਦਿੱਤਾ, ਹਲਾ ਝਟਕਾਤਾ ਫੜ ਕੇ, ਉਹ ਕੀ ਕਵਾਂਗੇ ਅਸੀਂ ਹੁਣ ਉੱਥੇ? ਖਿਆਲ ਕਰਕੇ ਵੇਖੋ। ਕਹਿਣ ਲੱਗੇ ਸਰ ਜੀਓ ਕਾਟੈ ਨਿਰਜੀਓ ਪੂਜੈ, ਅੰਤ ਕਾਲ ਦੁੱਖ ਭਾਰੀ, ਚੇਤਾ ਰੱਖੀ ਅੰਤਲੇ ਸਮੇਂ ਬੜਾ ਭਾਰੀ ਦੁੱਖ ਮਿਲੇਗਾ ਤੈਨੂੰ। ਦੂਜਿਆਂ ਦੇ ਉੱਤੇ ਕਹਿਰ ਕਮਾਨਾ, ਤੇਰੇ ਉੱਤੇ ਵੀ ਹੋਏਗਾ। ਜਦੋਂ ਲੇਖਾ ਰੱਬ ਮੰਗੇਸੀਆ ਬੈਠਾ ਕੱਢ, ਉਹ ਤੇ ਤੈਨੂੰ ਪੁੱਛਿਆ ਜਾਣਾ ਪਿੱਤਰਾਂ ਕੋਲ ਪਹੁੰਚਦਾ ਕਿ ਨਹੀਂ ਪਹੁੰਚਦਾ। ਤੂੰ ਤੇ ਜੀਵ ਹੱਤਿਆ ਕਰਦਾ ਨਾ ਪਿਆ, ਦੁੱਖ ਤੇ ਤੈਨੂੰ ਏ। ਕਹਿਣ ਲੱਗੇ ਰਾਮ ਨਾਮ ਕੀ ਗਤ ਨਹੀਂ ਜਾਣੀ, ਪਰਮੇਸ਼ਰ ਦੀ ਅਵਸਥਾ ਨੂੰ ਨਹੀਂ ਜਾਣਿਆ। ਉਤੇ ਆਪਾਂ ਪਹਿਲੇ ਪੜ ਲਿਆ, ਉਹ ਰਮਿਆ ਹੋਇਆ ਸਾਰੇ ਪਾਸੇ। ਇੱਕ ਪਰਮੇਸ਼ਰ, ਇੱਕ ਓੰਕਾਰ, ਸਤਿਗੁਰ ਪ੍ਰਸਾਦ ਪੜਿਆ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਗਤ ਤੂੰ ਜਾਣੀ ਨਹੀਂ, ਉਹ ਸਾਰਿਆਂ ਦੇ ਅੰਦਰ ਇੱਕੋ ਵਰਗਾ ਵਿਚਰਦਾ, ਉਹ ਸਭ ਤੋਂ ਵੱਡਾ ਹੈ, ਸਭ ਤੋਂ ਸੁੱਚਾ। ਹੋਣੇ ਭਾਈ ਸਾਹਿਬ ਪੜ ਕੇ ਗਏ ਨਾ, ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ, ਰਿਜਕ ਸੰਭਾਏ ਸਾਈ ਕਾਰ ਕਮਾਵਣੀ, ਧੁਰ ਛੋਡੀ ਤਿੰਨੇ ਪਾਏ। ਪਰਮੇਸ਼ਰ ਦੀ ਕਹਿੰਦੇ ਗਾਤੀ ਨਹੀਂ ਸਮਝੀ ਤੂੰ, ਉਹ ਸਭ ਤੋਂ ਵੱਡਾ, ਸਭ ਤੋਂ ਸੁੱਚਾ, ਵੱਡੇ ਨਾਲ ਜੁੜਨਾ ਕਰ। ਅਖੀਰਲੀ ਪੰਕਤੀ, ਫਿਰ ਅਖੀਰਲੀਆਂ ਪੰਕਤੀਆਂ, ਅਖੀਰਲਾ ਪਦਾ। ਕਹਿਣ ਲੱਗੇ ਦੇਵੀ ਦੇਵਾ ਪੂਜੈ ਡੋਲੇ, ਪਾਰ ਬ੍ਰਹਮ ਨਹੀਂ ਜਾਨਾ, ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਅਖੀਰਲੀਆਂ ਪੰਕਤੀਆਂ ਬੜੇ ਧਿਆਨ ਦੇ ਨਾਲ ਸਮਝਿਓ। ਕਹਿਣ ਲੱਗੇ ਦੇਵੀ ਦੇਵਾ ਪੂਜੈ, ਮਿੱਟੀ ਦੇ ਬਣਾਏ, ਪੱਥਰ ਦੇ ਬਣਾਏ ਦੇਵੀ ਦੇਵਤੇ ਪੁੱਤਰ ਪਿੱਤਰ, ਉਹਨਾਂ ਨੂੰ ਪੂਜਦਾ ਪਿਆ। ਤੇ ਹੁੰਦਾ ਕੀ ਹੈ? ਕਹਿਣ ਲੱਗੇ ਫਿਰ ਤੇਰਾ ਅੰਦਰ ਡੋਲਦਾ ਹੀ ਰਹਿੰਦਾ, ਕਿਉਂਕਿ ਮਿੱਟੀ ਦੇ ਬਣਾ ਕੇ ਪੂਜੇ ਨਾ, ਪਰਮੇਸ਼ਰ ਨਹੀਂ ਪੂਜਿਆ, ਅਕਾਲ ਪੁਰਖ ਦੇ ਨਾਲ ਨਹੀਂ ਤੂੰ ਜੁੜਿਆ। ਦੇਵੀ ਦੇਵਾ ਪੂਜੈ ਡੋਲੇ, ਡੋਲਦਾ ਤੇਰਾ ਅੰਦਰ। ਕਿੱਥੋਂ ਸੁੱਖ ਮਿਲੇ? ਸਾਰਾ ਦਿਨ ਸਾਰਾ ਸਾਲ ਬੰਦਾ ਭੱਜਿਆ ਰਹਿੰਦਾ। ਪਿੱਤਰਾਂ ਨੂੰ ਪੂਜ ਕੇ ਵੀ ਕੁਸ਼ਲ ਮੰਗਲ ਹੋਏਗਾ, ਘਰ ਵਿੱਚ ਆਸ਼ੀਰਵਾਦ ਦੇਣਗੇ, ਚੰਗਾ ਕੁਝ ਵਰਤੇਗਾ, ਫਿਰ ਸਾਰਾ ਸਾਲ ਬੰਦਾ ਆਪ ਫਿਰ ਚੋਰੀਆਂ ਕਰਦਾ, ਝੂਠ ਬੋਲਦਾ, ਠੱਗੀ ਫਰੇਬ ਕਰਦਾ, ਧਰਮ ਤੋਂ ਡੋਲਦਾ ਫਿਰਦਾ। ਫਿਰ ਕਿਹੜਾ ਧਰਮ ਕਮਾ ਰਹੇ ਆ? ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਨਹੀਂ ਜਾਣਨਾ, ਕਿਉਂਕਿ ਪਰਮੇਸ਼ਰ ਜਾਣਿਆ ਨਹੀਂ ਤੂੰ ਕੋਈ ਵੀ। ਉਹ ਤੇ ਘਟ ਘਟ ਮੈਂ ਹਰਜੂ ਬਸੈ, ਹਰੇਕ ਹਿਰਦੇ ਵਿੱਚ ਵਸਦਾ। ਤੂੰ ਮਨੁੱਖਤਾ ਦੀ ਸੇਵਾ ਕਰ, ਚੰਗੇ ਕਰਮ ਕਰ, ਤੇਰਾ ਇੱਥੇ ਵੀ ਸ਼ੋਭਾ ਤੇ ਅੱਗੇ ਵੀ ਤੇਰੀ ਸ਼ੋਭਾ। ਤੈਨੂੰ ਸੰਸਾਰ ਕਹੇਗਾ ਬੜਾ ਚੰਗਾ ਮਾਂ ਪਿਓ ਜਿਹਦਾ ਇਹ ਚੰਗਾ ਪੁੱਤਰ ਹੈ। ਖਾਲੀ ਪਿੱਤਰ ਪੂਜ ਕੇ ਜਾਂ ਪਹਿਲਾਂ ਜਿਉਂਦਿਆਂ ਨਾਲ ਲੜਦੇ ਰਹੋ, ਬਾਅਦ ਵਿੱਚੋਂ ਮਰਿਆਂ ਦੀ ਪੂਜਾ ਕਰਨ ਦੇ ਨਾਲ ਕੁਝ ਨਹੀਂ ਹੋਣ ਲੱਗਿਆ। ਪਰਮੇਸ਼ਰ ਦੇ ਨਾਲ ਜੁੜੋ। ਪਰ ਇੱਥੇ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਨਹੀਂ ਜਾਣਨਾ। ਦੇਵੀ ਦੇਵਤੇ ਪਿੱਤਰਾਂ ਦੀ ਪੂਜਾ ਕਰਦਾ ਰਿਹਾ, ਫਿਰ ਹਿਰਦਾ ਡੋਲਦਾ ਰਿਹਾ, ਕਿਉਂਕਿ ਪਰਮੇਸ਼ਰ ਜਾਣਿਆ ਨਹੀਂ, ਉਹਦੇ ਨਾਲ ਜੁੜਿਆ ਨਹੀਂ ਕੋਈ ਵੀ। ਅਖੀਰਲੀ ਪੰਕਤੀ ਕਹਿੰਦੇ ਕਹਿਤ ਕਬੀਰ ਅਕੁਲ ਨਹੀਂ ਚੇਤਿਆ। ਅਕੁਲ ਦਾ ਅਰਥ
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ, ਜਿਹਦੀ ਕੋਈ ਕੁਲ ਨਹੀਂ, ਕੋਈ ਜਾਤ ਨਹੀਂ। ਤਾਂ ਹੀ ਤੇ ਪਾਤਸ਼ਾਹ ਬਾਣੀ ਦੇ ਅੰਦਰ ਬਚਨ ਕੀਤਾ, ਨਾਨਕ ਉੱਤਮ ਨੀਚ ਨਾ ਕੋਏ, ਕਿਉਂਕਿ ਉਹ ਸਾਰਿਆਂ ਦੇ ਅੰਦਰ ਵਸਦਾ। ਇਸ ਦੇ ਲਈ ਦੁਨੀਆ ਦੇ ਉੱਤੇ ਨਾ ਕੋਈ ਉੱਚਾ ਨਾ ਕੋਈ ਨੀਵਾਂ, ਨਾ ਕੋਈ ਚੰਗੀ ਜਾਤ ਵਾਲਾ ਨਾ ਕੋਈ ਮੰਦੀ ਜਾਤ ਵਾਲਾ, ਕਿਉਂਕਿ ਸਭਨੀ ਘਟੀ ਸ਼ਾਹ ਵਸੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਾਰੇ ਇੱਥੇ ਪਰਮੇਸ਼ਰ ਦਾ ਰੂਪ ਨੇ। ਭਗਤ ਕਬੀਰ ਜੀ ਕਹਿੰਦੇ, ਕਹਿਤ ਕਬੀਰ ਹੈ ਕਬੀਰ ਤੂੰ ਕਹਿ, ਅਕੁਲ ਨਹੀਂ ਚੇਤਿਆ। ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਕੋਈ ਵੀ ਤੂੰ, ਕਿਉਂਕਿ ਉਹਨੂੰ ਚੇਤਾ ਕਰਨਾ ਸੀ। ਵਿਖਿਆ ਸਿਉ ਲਪਟਾਨਾ, ਮਾਇਆ ਦੇ ਨਾਲ, ਬਿਖ ਜ਼ਹਿਰ ਦੇ ਨਾਲ ਤੂੰ ਲਿਪਟਿਆ ਪਿਆ। ਭੋਲਿਆ ਤੂੰ ਉਹਨੂੰ ਚੇਤੇ ਕਰ, ਪਰਮੇਸ਼ਰ ਦੀ ਆਰਾਧਨਾ ਕਰ। ਤਾਂ ਹੀ ਤੇ ਸੁਖਮਣੀ ਸਾਹਿਬ ਦੇ ਅੰਦਰ ਪਾਤਸ਼ਾਹ ਜੀ ਨੇ ਇੱਕ ਸ਼ਲੋਕ ਕਹਿ ਕੇ ਫਤਿਹ ਬੁਲਾ ਦੇਣੀ। ਕਿੱਡਾ ਪਿਆਰਾ ਬਚਨ ਕੀਤਾ, ਬੜਾ ਪਿਆਰਾ ਬੋਲ ਕਹਿਣ ਲੱਗੇ, ਨਿਰਗੁਣਿਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ ਉਹ ਤੇਰੇ ਨਾਲ ਨਿਭੇਗਾ। ਤੂੰ ਉਹਨੂੰ ਚੇਤੇ ਵਿੱਚ ਰੱਖ, ਚੇਤੇ ਵਿੱਚ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਮਾਤ ਗਰਭ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਣ, ਮੁਖ ਪਿਆਓ ਬੈਠ ਕੋ ਦੈਣ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਾਂ ਨਾਨਕ ਸੀਜੈ। ਪਰਮੇਸ਼ਰ ਬਖਸ਼ ਸਕਦਾ, ਪਰ ਉਹਦੇ ਨਾਲ ਜੁੜੋ ਤੇ ਸਹੀ। ਜੁੜੇ ਤੇ ਮਿੱਟੀ ਦੇ ਬਣਾ ਕੇ ਪਿੱਤਰ ਉਹਨਾਂ ਨਾਲ ਜੁੜੇ ਆ। ਅਸੀਂ ਵੀ ਬਾਣੀ ਪੜਨ ਵਾਲੇ ਵੀ ਪਿੱਤਰ ਪੂਜਾ ਪੇ ਕਰਦੇ। ਇਹ ਬਾਣੀ ਦੇ ਅੰਦਰ ਪਾਤਸ਼ਾਹ ਜੀ ਨੇ ਚੋਟ ਮਾਰੀ, ਨਹੀਂ ਏਦਾਂ ਨਾ ਕਰੋ, ਐਸੇ ਕਰਮ ਨਾ ਕਰੋ। ਸੱਚ ਦੇ ਨਾਲ ਜੁੜੋ, ਸੱਚ ਦੀ ਆਰਾਧਨਾ ਕਰੋ, ਪਰਮੇਸ਼ਰ ਨੂੰ ਹਮੇਸ਼ਾ ਆਰਾਧਦੇ ਰਹੋ। ਇਹ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਕਿਉਂਕਿ ਉਹਨੇ ਸੁਖ ਸਾਂਦ ਵਰਤਾਣੀ ਜਿੱਦਣ ਉਹਦੀ ਨਿਗਾਹ ਸਵੱਲੀ ਹੁੰਦੀ ਹੈ, ਘਰ ਵਿੱਚ ਸੁਖ ਹੁੰਦਾ। ਧਿਆਨ ਰੱਖਿਓ, ਉਹ ਨਾਲ ਖਲੋਤਾ ਤੇ ਸੁਖ ਹੈ, ਪਰ ਉਹਨੂੰ ਨਾਲ ਖਲੋਤੇ ਨੂੰ ਵੀ ਅਸੀਂ ਭੁਲਾ ਦਿੱਤਾ। ਤਾਂ ਹੀ ਤੇ ਬਾਣੀ ਵਿੱਚ ਪਾਤਸ਼ਾਹ ਕਿਹਾ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਇੱਥੇ ਖਿਮਾ ਬਖਸ਼ਿਓ। ਸਭਨਾਂ ਦਾ ਧੰਨਵਾਦ, ਖਾਸ ਕਰਕੇ ਗੁਰੂ ਘਰ ਦੇ ਗ੍ਰੰਥੀ ਸਿੰਘ, ਸਾਰੀ ਸੰਗਤ ਦਾ, ਦਿੱਲੀ ਪ੍ਰਬੰਧਕ ਕਮੇਟੀ ਦਾ, ਖਾਸ ਕਰਕੇ ਮੇਰੇ ਵੀਰ ਨਿਊ ਮਹਾਂਵੀਰ ਨਗਰ ਤੋਂ ਜਸਵਿੰਦਰ ਸਿੰਘ ਵਿੱਕੀ, ਉਹਨਾਂ ਦਾ ਧੰਨਵਾਦ। ਗਿਆਨੀ ਰਣਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ ਦਾ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਦਾ ਧੰਨਵਾਦ, ਜਿਨ੍ਹਾਂ ਨੇ ਇਹ ਸਮਾਂ ਬਖਸ਼ਿਆ। ਸਭਨਾਂ ਦਾ ਧੰਨਵਾਦ। ਬੁਲਾਓ ਫਤਿਹ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।